ਮੇਰਾ ਨਾਂ ਪ੍ਰਭਪ੍ਰੀਤ ਸਿੰਘ ਚੱਡਾ। ਮੈਂ ਅੰਮ੍ਰਿਤਸਰ ਸ਼ਹਿਰ ਦਾ ਵਾਸੀ ਹਾਂ ਅਤੇ ਮੈਂ ਅੰਮ੍ਰਿਤਸਰ ਵਿਖੇ ਹੋਟਲ ਦਾ ਕਾਰੋਬਾਰ ਕਰਦਾ। ਬਲਜਿੰਦਰ ਸਿੰਘ ਜੀ ਜੋ ਕਿ ਇੱਕ NRI ਨੇ ਅਤੇ ਮੇਰੇ ਹੋਟਲ ਦੇ ਕੰਮ ਦੇ ਅੰਦਰ, ਹੌਸਪਿਟੈਲਿਟੀ ਦੇ ਕੰਮ ਦੇ ਅੰਦਰ ਭਾਈਵਾਲ ਵੀ ਹੈਗੇ ਆ। He is an NRI from Norway and has made certain attempts to harass me and put pressure on me and my family, where he has also filed false and frivolous complaints against my grandmother, ਜਿਹੜੇ ਕਿ 85 ਸਾਲ ਦੇ ਨੇ, ਤੇ ਮੇਰਾ ਬ੍ਰਦਰ ਜਿਹੜਾ ਕਿ ਬਾਹਰ ਰਹਿ ਕੇ ਪੜ੍ਹ ਰਿਹਾ। He has invested money with me in the hotel when lead started and systematically started launching tirades of his full of his devious designs with an intent to harass and malign the image of my family, when he very well knows that lesser period is available in the termination of the lease. ਹੋਟਲ ਦੀ ਹੁਣ ਲੀਸ ਮੁੱਕਣ 'ਤੇ ਆ ਰਹੀ ਆ ਅਤੇ ਜਿੱਦਾਂ ਇਹ ਹੋਟਲ ਦੀ ਲੀਸ ਮੁੱਕਣ 'ਤੇ ਆ ਰਹੀ ਆ, ਇਹ ਆਦਮੀ ਚਾਹੁੰਦਾ ਹੈ ਕਿ ਵੀ ਮੈਂ ਇਸ ਦੇ ਘਾਟੇ ਵਿੱਚੋਂ ਬਾਹਰ ਨਿਕਲਾਂ ਅਤੇ ਮੈਂ ਆਪਣੇ ਪੈਸੇ ਵਿੱਚੋਂ ਬਾਹਰ ਕੱਢ ਲਾਂ। His baseless demand of money and thus landed system. He has put money in company and has not transferred anything in my personal account ever. He has made such complaints in the past before the police against me, my mother, my grandmother, my brother, knowing that a lady of 85 years old has nothing to do with any business. And if he alleges so, then he should surface the proof of the same. His complaint before the Bultala police has been filed and further other complaints in NRI cell are under investigation. Beyond the same, he had also served a notice of NCLT court and a complaint from the High Court. Then this press conference is without any basis. ਜਦੋਂ ਕਿ ਉਹਨਾਂ ਨੇ ਸਾਡੇ ਖਿਲਾਫ ਇੱਕ NRI ਕਮਿਸ਼ਨ ਦੇ ਅੰਦਰ ਕੇਸ ਫਾਈਲ ਕੀਤਾ, ਇੱਕ ਹਾਈ ਕੋਰਟ ਦੇ ਅੰਦਰ ਕੇਸ ਚੱਲ ਰਿਹਾ, ਅਤੇ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਹੈ। ਇਹਨਾਂ ਨੇ ਬਟਾਲੇ ਪੁਲਿਸ ਵੀ ਸੇਮ ਕੇਸ ਫਾਈਲ ਕੀਤਾ ਸੀ ਮੇਰੀ ਫੈਮਿਲੀ ਦੇ ਖਿਲਾਫ, ਉੱਥੋਂ ਵੀ ਰਿਪੋਰਟ ਫਾਈਲ ਹੋ ਗਈ ਵੀ ਇਹ ਕੇਸ ਸਿਵਲ ਹੈ ਨੇਚਰ ਅੰਦਰ, ਇਹਦੇ ਅੰਦਰ ਕੋਈ ਫਰਦਰ ਕਾਰਵਾਈ ਨਹੀਂ ਬਣਦੀ। ਮੇਰੇ 5 ਸਵਾਲ ਨੇ ਅਤੇ 5 ਜਵਾਬ ਨੇ ਜਿਹੜੇ ਇਹਨਾਂ ਤੋਂ ਮੈਂ ਪੁੱਛਣਾ ਚਾਹੁੰਦਾ। ਜਿੰਨੀਆਂ ਵੀ ਕੰਪਨੀਆਂ ਨੇ, ਜਿੰਨੇ ਵੀ ਇਹ ਕੰਮ ਦੇ ਅੰਦਰ ਮੇਰੇ ਨਾਲ ਭਾਈਵਾਲ ਨੇ, ਹਰ ਇੱਕ ਚੀਜ਼ ਦੇ ਅੰਦਰ, ਬੈਂਕ ਦੇ ਅੰਦਰ ਕੋਈ ਹੋਟਲ ਦਾ ਪੇਮੈਂਟ ਹੁੰਦੀ ਆ, ਕੋਈ ਕਾਰੋਬਾਰ ਦੀ ਚਲਾਨ ਦੀ ਕੋਈ ਡਿਸੀਜਨ ਲਿਆ ਜਾਂਦਾ, ਹਰ ਇੱਕ ਪਾਸੇ ਇਹਨਾਂ ਦਾ ਸਾਈਨ ਹੁੰਦਾ। ਅਤੇ ਫਿਰ ਇਹ ਕਿਹੜੇ ਤਰੀਕੇ ਨਾਲ ਅੱਜ ਉੱਠ ਕੇ ਕਲੇਮ ਕਰਦੇ ਪਏ ਆ 11 ਸਾਲਾਂ ਦੇ ਬਾਅਦ ਕਿ ਵੀ ਅੱਜ ਤੱਕ 11 ਸਾਲਾਂ ਤੱਕ ਪੈਸਾ ਮਿਸਯੂਟੀਲਾਈਜ਼ ਹੋਇਆ। ਇਸ ਹੋਟਲ ਦੇ ਅੰਦਰ ਇਕੱਲਾ ਇਹਨਾਂ ਨਹੀਂ, ਮੇਰਾ ਵੀ ਪੈਸਾ ਲੱਗਾ ਅਤੇ ਇਹਨਾਂ ਨੇ ਇਕੱਲਾ ਆਪਣਾ ਹੀ ਪੈਸਾ ਨਹੀਂ ਯੂਟੀਲਾਈਜ਼ ਕੀਤਾ, ਆਪਣੀ ਮਰਜ਼ੀ ਦੇ ਹਿਸਾਬ ਨਾਲ ਮੇਰਾ ਵੀ ਪੈਸਾ ਆਪਣੀ ਮਰਜ਼ੀ ਦੇ ਹਿਸਾਬ ਨਾਲ ਯੂਟੀਲਾਈਜ਼ ਕੀਤਾ, ਜਿਹੜਾ ਮੈਂ ਇਸ ਹੋਟਲ ਦੇ ਅੰਦਰ ਇਨਵੈਸਟ ਕੀਤਾ ਸੀ। ਜਦੋਂ ਇਹ ਕੰਪਨੀ ਬਣੀ ਆ ਅਤੇ ਸਭ ਤੋਂ ਪਹਿਲਾਂ ਕੋਈ ਡਾਇਰੈਕਟਰਾਂ ਵਿੱਚੋਂ ਸਰਦਾਰ ਬਲਜਿੰਦਰ ਸਿੰਘ ਜੀ ਡਾਇਰੈਕਟਰ ਸਨ, ਉਹਨਾਂ ਦੇ ਸਿਗਨੇਚਰਾਂ ਥੱਲੇ ਮੈਂ ਡਾਇਰੈਕਟਰ ਬਣਿਆ ਇਸ ਕੰਪਨੀ ਦੇ ਅੰਦਰ। ਅਤੇ ਇਹ ਫਿਰ ਇਹ ਚੀਜ਼ ਕਿੱਦਾਂ ਕਹਿ ਸਕਦਾ ਕਿ ਮੈਂ ਕਿਸੇ ਤਰੀਕੇ ਦੀ ਜਾਂ ਮੇਰੇ ਫੈਮਿਲੀ ਨੇ ਕਿਸੇ ਤਰੀਕੇ ਦੀ ਕੋਈ ਪਲੈਨਿੰਗ ਕੀਤੀ ਹੈ ਇਹਨਾਂ ਦਾ ਬੇਵਕੂਫ ਜਾਂ ਇਹਨਾਂ ਦੇ ਨਾਲ ਆਪਣਾ ਧੋਖਾਧੜੀ ਕਰਨ ਦੀ, ਜਦੋਂ ਕਿ ਇਹ ਮੈਨੂੰ ਇਸ ਕੰਪਨੀ ਦੇ ਅੰਦਰ ਆ ਕੇ ਹਿੱਸੇਦਾਰ ਬਣਾ ਰਹੇ ਆ, ਇਹ ਮੈਨੂੰ ਆ ਕੇ ਇਸ ਕੰਪਨੀ ਅੰਦਰ ਡਾਇਰੈਕਟਰ ਬਣਾ ਰਹੇ ਆ। 10 ਸਾਲ ਇਹਦਾ ਕਾਰੋਬਾਰ ਚੱਲਿਆ ਹੋਟਲ ਦਾ, 10 ਸਾਲ ਇਹਨਾਂ ਨੇ ਤਨਖਾਹ ਵੀ ਲਈ ਆ, 10 ਸਾਲ ਇਹਨਾਂ ਨੇ ਖਰਚੇ ਵੀ ਕੰਪਨੀ ਨੂੰ ਕਰੋੜਾਂ ਦੇ ਪਾਏ ਆ, ਲੱਖਾਂ ਦੇ ਨਹੀਂ ਕਈ ਕਰੋੜਾਂ ਦੇ ਪਾਏ ਆ। ਕੰਪਨੀ ਦੀਆਂ ਗੱਡੀਆਂ ਵੀ ਯੂਟੀਲਾਈਜ਼ ਕੀਤੀਆਂ, ਕੰਪਨੀਆਂ ਦੇ ਡਰਾਈਵਰ ਵੀ ਯੂਟੀਲਾਈਜ਼ ਕੀਤੇ ਆ, ਕੰਪਨੀਆਂ ਦਾ ਸਟਾਫ ਵੀ ਯੂਟੀਲਾਈਜ਼ ਕੀਤਾ, ਕੰਪਨੀਆਂ ਦੇ ਅਦਰ ਐਸੈਟਸ ਵੀ ਇੰਜੋਏ ਕੀਤੇ ਆ। 11 ਸਾਲ ਇਹਨਾਂ ਨੇ ਇੱਕ ਇੱਕ ਚੀਜ਼ ਦਾ ਫਾਇਦਾ ਚੁੱਕਿਆ। ਅੱਜ 11 ਸਾਲ ਬਾਅਦ ਉੱਠ ਕੇ ਕੰਪਲੇਂਟ ਕਰਦੇ ਪਏ ਕਿ ਮੇਰੇ ਨਾਲ ਫਰਾਡ ਹੋਇਆ, ਅਤੇ ਫਿਰ ਇਹਦਾ ਇਹ ਮਤਲਬ ਹੈ ਕਿ 11 ਸਾਲਾਂ ਲਈ ਇਹਨਾਂ ਨੇ ਫਰਾਡ ਦੀ ਕਮਾਈ ਖਾਧੀ ਆ। ਇਸ ਤੋਂ ਇਲਾਵਾ ਮੈਂ ਇੱਥੇ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਇਹਨਾਂ ਨੇ ਅੰਮ੍ਰਿਤਸਰ ਬੱਸ ਸਟੈਂਡ ਵਿਖੇ ਈਕੋ ਸਟੇ ਨਾਂ ਦਾ ਹੋਟਲ ਸ਼ੁਰੂਆਤ ਕੀਤਾ ਸੀ, ਜਿਹੜਾ ਮੇਰਾ ਅਤੇ ਮੇਰੀ ਫੈਮਿਲੀ ਤੋਂ ਦਾ ਜਿਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹਨਾਂ ਨੇ ਕਿਸੇ ਇੱਕ 20 ਕੁ ਸਾਲਾਂ ਦੀ ਕੁੜੀ ਦੇ ਨਾਲ ਈਕੋ ਸਟੇ ਹੋਟਲ ਦਾ ਨਾਂ ਦਾ ਹੋਟਲ ਸ਼ੁਰੂ ਕੀਤਾ ਸੀ। ਜੇ ਇਹਨੂੰ ਮੇਰੇ ਫਾਦਰ ਸਾਹਿਬ ਨੇ ਕਨਵਿੰਸ ਕੀਤਾ ਅਤੇ ਇਹਦਾ ਜਿਹੜਾ ਧਿਆਨ ਸੀ ਉਹ ਸੇਵਾ ਵੱਲ ਸੀ, ਅਤੇ ਉਹ ਹੋਟਲ ਦਾ ਸ਼ੁਰੂਆਤ ਕਰਨ ਦਾ ਕੀ ਮਤਲਬ ਸੀ? ਆਪਣੀਆਂ ਗੱਲਾਂ ਜਿਹੜੀਆਂ ਇਹ ਆਪ ਕਰਦਾ ਪਿਆ ਕਿ ਮੈਂ ਸੇਵਾ ਲਈ ਇੰਡੀਆ 'ਚ ਆਇਆ ਸੀ ਅਤੇ ਮੇਰੇ ਫਾਦਰ ਨੇ ਇਹਨੂੰ ਕਨਵਿੰਸ ਕੀਤਾ ਅਤੇ ਮੇਰੇ ਫਾਦਰ ਨੇ ਇਹਨੂੰ ਫੋਰਸ ਕੀਤਾ, ਅਤੇ ਈਕੋ ਸਟੇ ਦੇ ਨਾਲ ਤਾਂ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਸੀ ਜੀ। ਉਹ ਹੋਟਲ ਵੀ ਇਹਨੇ ਬੱਸ ਸਟੈਂਡ ਦੇ ਲਾਗੇ ਸ਼ੁਰੂ ਕੀਤਾ, ਉਹਦੇ ਅੰਦਰ ਉਹਨੇ ਕਰੋੜਾਂ ਦਾ ਘਾਟਾ ਖਾਧਾ। ਇਹਦੀਆਂ ਕੁਝ ਇਹੋ ਜਿਹੀਆਂ ਹਰਕਤਾਂ ਸਨ ਕਿ ਜਿਹਦੇ ਕਾਰਨ ਉਹ ਹੋਟਲ ਬੰਦ ਹੋ ਗਿਆ। ਕਿਹੋ ਜਿਹੀ ਹਰਕਤਾਂ ਸੀ ਦੱਸੋਗੇ ਤੁਸੀਂ? ਸਰ ਉਹ ਤਾਂ ਸਰ ਅਸੀਂ ਇੱਕ ਸੈਕੰਡ ਪ੍ਰੈਸ ਕਾਨਫਰੰਸ ਹੈਲਡ ਕਰਾਂਗੇ ਆਉਣ ਵਾਲੇ ਸਮੇਂ ਦੇ ਅੰਦਰ, ਵਿਦ ਸਬੂਤ ਤੁਹਾਡੇ ਨਾਲ ਸਾਰੀਆਂ ਗੱਲਾਂ ਕਰਾਂਗੇ
ਕਿ ਵੀ ਕੀ ਹੋਇਆ, ਕਿੱਦਾਂ ਹੋਇਆ, ਕਿਉਂ ਉਹ ਹੋਟਲ ਬੰਦ ਵੀ ਹੋਇਆ। ਅੰਕਲ ਜੀ ਨੌਬਤ ਕਿਉਂ ਆਈ ਜਦੋਂ ਤੁਸੀਂ ਦੱਸਿਆ ਮੈਂ ਭਾਈਵਾਲ ਆ? ਹਾਂਜੀ, ਐਡੀ ਨੌਬਤ ਕੀ ਆਈ ਕਿ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ? ਮੇਰੀ ਗੱਲ ਸੁਣੋ ਸਰ, ਅੱਜ ਮੈਂ ਕਿਸੇ ਨਾਲ ਜਾਂ ਤੁਸੀਂ ਕਿਸੇ ਨਾਲ ਭਾਈਵਾਲੀ ਸ਼ੁਰੂਆਤ ਕਰਦੇ ਹੋ, 11 ਸਾਲ ਕਾਰੋਬਾਰ ਚੱਲਦਾ, ਸਰ ਹੁਣ ਇੱਕ ਮਿੰਟ ਤੁਸੀਂ ਵੀ ਪੈਸਾ ਇਨਵੈਸਟ ਕੀਤਾ, ਜਿਹੜਾ ਤੁਸੀਂ ਜਿਹੜੇ ਹਿਸਾਬ ਨਾਲ ਇਨਵੈਸਟ ਕੀਤਾ ਤੁਸੀਂ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਪ੍ਰੋਫਿਟ 'ਚ ਵੀ ਇੰਜੋਏ ਕਰ ਰਹੇ ਹੋ, ਤੁਸੀਂ ਉਹ ਬਿਜ਼ਨਸ ਦੇ ਐਸੋਸੀਏਟ ਹੋਰ ਜਿਹੜੇ ਬੈਨੀਫਿਟ ਹੁੰਦੇ ਆ ਉਹ ਵੀ ਤੁਸੀਂ ਇੰਜੋਏ ਕਰ ਰਹੇ ਹੋ। ਉੱਥੇ ਆਉਂਦੇ ਹੋ, ਬਹਿੰਦੇ ਹੋ, ਤੁਹਾਡਾ ਦਫ਼ਤਰ ਹੈ, ਤੁਹਾਡੀ ਚੇਅਰ ਹੈ, ਬੈਂਕ ਦੇ ਅੰਦਰ ਤੁਹਾਡੇ ਸਾਈਨ ਚੱਲਦੇ ਆ। 11 ਸਾਲਾਂ ਲਈ ਤੁਸੀਂ ਉਸ ਬਿਜ਼ਨਸ ਤੋਂ ਤਨਖਾਹ ਲਓ। ਹੁਣ ਜਦੋਂ ਕੋਵਿਡ-19 ਕਰਕੇ ਬਿਜ਼ਨਸ ਨੂੰ ਘਾਟਾ ਹੋ ਗਿਆ ਤੇ ਪਤਾ ਕਿ ਵੀ ਆਉਣ ਵਾਲੀ ਲੀਜ਼ ਡੀਡ ਮੁੱਕਣ ਲੱਗੀ ਆ, ਹੋਟਲ ਲੀਜ਼ ਤੇ ਆ, ਤੇ ਤੁਸੀਂ ਦੂਜੇ ਭਾਈਵਾਲ ਨੂੰ ਜ਼ਿੰਮੇਵਾਰ ਠਹਿਰਾ ਦਿਓ ਕਿ ਤੂੰ ਜ਼ਿੰਮੇਵਾਰ ਦਾ ਘਾਟੇਦਾਰ ਆ, ਤੂੰ ਘਾਟੇ ਦਾ ਜ਼ਿੰਮੇਵਾਰ ਆ। ਅੰਗਦ ਜੀ ਤੁਸੀਂ ਇੱਕ ਹੋਰ ਪੰਜਵੀਂ ਇਹਦੇ ਐਗਜ਼ਾਮਪਲ ਲਿਖੀ ਹੈ ਕਿ ਵਾਈਨ ਸਰਕਲ ਐਟ ਇਸਲਾਮਾਬਾਦ ਹੈ। ਹਾਂਜੀ ਸਰ, ਇਹਨਾਂ ਨੇ ਇਸ ਤੋਂ ਲੈਦਾ ਇਹ ਕਹਿੰਦੇ ਆ ਕਿ ਵੀ ਇੰਡੀਆ ਆ ਕੇ ਇਹਨਾਂ ਦਾ ਇਕੱਲਾ ਸੇਵਾ ਵੱਲ ਆਪਣਾ ਧਿਆਨ ਸੀ, ਤੇ ਮੇਰੇ ਫਾਦਰ ਸਾਹਿਬ ਸਰਦਾਰ ਇੰਦਰਪ੍ਰੀਤ ਸਿੰਘ ਚੱਢਾ ਜੀ ਨੇ ਇਹਨਾਂ ਨੂੰ ਫੋਰਸ ਕੀਤਾ ਕਿ ਬਿਜ਼ਨਸ ਕਰਨ, ਤੇ ਇਸਲਾਮਾਬਾਦ ਇਹਨਾਂ ਨੇ ਸ਼ਰਾਬ ਦਾ ਸਰਕਲ ਸ਼ੁਰੂ ਕੀਤਾ। ਉੱਥੇ ਇਹਨਾਂ ਨੇ ਸ਼ਰਾਬ ਦਾ ਸਰਕਲ ਸ਼ੁਰੂ ਕੀਤਾ, ਉੱਥੇ ਉਹਨਾਂ ਨੇ ਸ਼ਰਾਬ ਦੇ ਸਰਕਲ ਦੇ ਅੰਦਰ ਇਹਨਾਂ ਨੇ ਘਾਟੇ ਖਾਦੇ ਸਰ। ਕਦੋਂ ਦੀ ਗੱਲ ਹੈ? ਹਾਂਜੀ ਸਰ, ਇਹ ਕਦੋਂ ਦੀ ਗੱਲ ਹੈ? ਇਹ ਸਾਲ ਪਿਛਲੇ ਸਾਲ ਦੀ ਗੱਲ ਹੈ ਸਰ, ਪਿਛਲੇ ਸਾਲ ਦੀ ਗੱਲ ਹੈ, 2021-22 ਦੀ ਗੱਲ ਹੈ ਸਰ। ਉਹ ਸ਼ਰਾਬ ਦੇ ਸਰਕਲ ਦੀ ਇਹਨਾਂ ਨੇ ਅੱਜ ਤੱਕ ਐਕਸਾਈਜ਼ ਦੀ ਫੀਸ ਨਹੀਂ ਤਾਰੀ, ਇਹਨਾਂ ਨੂੰ ਨੋਟਿਸ ਆ ਰਹੇ, ਇਹਨਾਂ ਦੇ ਬੈਂਕ ਅਕਾਊਂਟ ਅਟੈਚ ਕਰਦੇ ਪਏ ਆ। ਉਹ ਵੀ ਕੰਮ ਕੀ ਮੈਂ ਇਹਨਾਂ ਨੂੰ ਕਰਨ ਨੂੰ ਕਿਹਾ ਸੀਗਾ ਸਰ। ਉਹ ਜਿਹੜਾ ਸ਼ਰਾਬ ਦਾ ਕੰਮ ਹੈ ਕਿ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਾ ਕੇ ਤੁਸੀਂ ਸ਼ਰਾਬ ਦਾ ਸਰਕਲ ਸ਼ੁਰੂ ਕਰ ਲਓ, ਤੁਸੀਂ ਜਾਓ ਐਕਸਾਈਜ਼ ਮਹਿਕਮੇ ਨੂੰ ਚੈੱਕ ਕਰ ਸਕਦੇ ਹੋ, ਅਸੀਂ ਤੁਹਾਨੂੰ ਨੋਟਿਸਿਸ ਵੀ ਵਿਖਾਵਾਂਗੇ ਸਰ, ਕਿਉਂਕਿ ਇਹ ਇਹਨਾਂ ਦਾ ਵਰਕਿੰਗ ਐਡਰੈਸ ਹੈ। ਉਸ ਤੋਂ ਲੈਦਾ ਸਰ ਆਪਣਾ ਸਰ ਜਿਹੜੀ ਇੱਕ ਹੋਰ ਬਹੁਤ ਗੱਲ ਹੈਗੀ ਹੈ ਸਰ, NCLT ਕੋਰਟ ਦਾ ਇਹਨਾਂ ਨੇ ਸਾਨੂੰ ਆਪਣਾ ਸਮਨ ਆਪਣਾ ਉਹ ਇਸ਼ੂ ਕੀਤਾ। NCLT ਨੂੰ ਵੀ ਇਹਨਾਂ ਨੇ ਅਪਰੋਚ ਕੀਤਾ ਸਰ। NCLT 'ਚ ਕਹਿੰਦੇ ਆ ਕਿ ਵੀ ਅਸੀਂ ਲੈਫਟ, ਉਸ ਤੋਂ ਬਾਅਦ ਆ ਕੇ ਕੰਪਨੀ ਦੇ ਖਾਤਿਆਂ ਵਿੱਚੋਂ 11,70,000 ਰੁਪਏ ਆਪਣੇ ਪਰਸਨਲ ਯੂਜ਼ ਲਈ, ਆਪਣੇ ਪਰਸਨਲ ਘਾਟਿਆਂ ਨੂੰ ਪੂਰਾ ਕਰਨ ਲਈ ਆ ਕੇ ਬਗੈਰ ਡਾਇਰੈਕਟਰ ਤੋਂ ਪਰਮਿਸ਼ਨ ਲੈ ਕੇ ਵਿਡਰਾਅ ਕਰ ਲੈਂਦੇ ਆ। ਇੱਕ ਇਹ ਵੀ ਲਿਖਿਆ ਕਿ ਤੁਹਾਡੀ ਗ੍ਰੈਂਡ ਮਦਰ ਤੇ ਤੁਹਾਡੇ ਯੰਗਰ ਬ੍ਰਦਰ ਨੇ ਇਹਨਾਂ ਨੇ ਕੰਪਲੇਂਟ ਕੀਤੀ। ਕੀ ਕੰਪਲੇਂਟ ਕੀਤੀ ਸੀ? ਹਾਂਜੀ ਜੀ ਸਰ, ਉਹ ਸੇਮ ਕੰਪਲੇਂਟ ਸਰ ਜਿਹੜੀ ਇੱਥੇ ਕੀਤੀ ਹੈ ਸਰ। ਉੱਥੇ ਨਹੀਂ ਗੱਲ ਬਣੀ ਤੇ ਇੱਥੇ ਆ ਕੇ ਕੰਪਲੇਂਟ ਪਾਤੀ ਸਰ। ਤੇ ਹੁਣ ਜਿਹੜੇ ਤੁਹਾਡੇ ਬ੍ਰਦਰ ਹੈਗੇ ਸਟੱਡੀ ਬਾਹਰ ਹੀ ਗਏ? ਹਾਂਜੀ ਸਰ, ਉਹ ਤੇ ਹਮੇਸ਼ਾ ਬਾਹਰ ਹੀ ਰਹਿੰਦੇ ਆ ਸਰ, ਉਹ ਤੇ ਸੀਗਾ ਹੀ ਬਾਹਰ। ਉਹਨਾਂ ਦੇ ਖਿਲਾਫ ਵੀ ਕੰਪਲੇਂਟ ਹੈ ਸਰ। ਮੇਰੇ ਗ੍ਰੈਂਡ ਮਦਰ 85 ਇਅਰਸ 올ਡ ਨੇ, ਉਹਨਾਂ ਦਾ ਕਿਸੇ ਬਿਜ਼ਨਸ ਨਾਲ ਕੋਈ ਲੈਣਾ ਦੇਣਾ ਨਹੀਂ ਸਰ, ਤੇ ਉਹ ਘਰ ਤੋਂ ਹੀ ਨਹੀਂ ਨਿਕਲਦੇ ਸਰ ਜ਼ਿਆਦਾ ਤੇ ਸਰ। ਉਹ ਸਰ ਤੇ ਉਹਨਾਂ ਦੇ ਅਗੇਂਸਟ ਕੰਪਲੇਂਟ ਦੇਤੀ ਹੈ ਸਰ ਸੇਮ ਸਰ। ਸਰ ਤੁਸੀਂ ਕਿਹਾ ਲੀਜ਼ ਖਤਮ ਹੋਣ ਵਾਲੀ ਹੈ। ਹਾਂਜੀ। ਲੀਜ਼ ਖਤਮ ਹੁੰਦੀ ਹੈ ਤੇ ਕਿੰਨੂੰ ਨੁਕਸਾਨ ਪਹੁੰਚਦਾ? ਸਰ ਜੇ ਲੀਜ਼ ਖਤਮ ਹੁੰਦੀ ਹੈ ਸਰ, ਜੇ ਕੋਵਿਡ-19 ਕਰਕੇ ਤੇ ਭਾਈਵਾਲਾਂ ਨੂੰ ਹੀ ਨੁਕਸਾਨ ਪਹੁੰਚੇਗਾ ਨਾ ਸਰ। ਤੇ ਇਹਦੀ ਪੀੜਾ ਤੇ ਸਭ ਨੂੰ ਹੋਣੀ ਸੀ, ਉਹਨਾਂ ਨੂੰ ਇਕੱਲਿਆਂ ਨੂੰ ਕਿਉਂ ਹੋਈ? ਸਰ ਹੁਣ ਉਹਨਾਂ ਦਾ ਸਰ ਇੰਟੈਂਟ ਖਰਾਬ ਹੋ ਗਈ ਹੈ ਸਰ। ਉਹ ਚਾਹੁੰਦੇ ਆ ਕਿ ਵੀ ਸਾਰੇ ਘਾਟੇ ਦਾ ਜ਼ਿੰਮੇਵਾਰ, ਜੇ ਕੋਵਿਡ-19 4 ਸਾਲ ਆਇਆ, 4 ਸਾਲ ਕਰਕੇ ਹਸਪਿਟੈਲਿਟੀ ਨੂੰ ਵਧੇਰੇ ਘਾਟੇ ਹੋਇਆ, ਉਹਦਾ ਵੀ ਜ਼ਿੰਮੇਵਾਰ, ਉਹਦਾ ਵੀ ਆਪਣਾ ਜਿੰਨਾ ਵੀ ਨੁਕਸਾਨ ਹੈ ਉਹ ਮੇਰੇ ਸਿਰ ਪੈ ਜੇ ਸਰ। ਉਹ ਚਾਹੁੰਦੇ ਆ ਕਿ ਉਹ ਇੱਥੋਂ ਪੈਸਾ ਹੁਣ ਲੈ ਕੇ ਤੇ ਬਾਹਰ ਚੱਲ ਜਾਣ ਆਪ। ਅੰਗਦ ਜੀ ਉਹਨਾਂ ਦਾ ਕਹਿਣਾ ਵਾ ਕਿ ਜਦੋਂ ਤੋਂ ਸਾਡੇ ਕੋਲ ਪੈਸੇ ਲਏ ਆ ਤੇ ਉਹ 40-50 ਲੱਖ ਰੁਪਏ ਜਿਹੜੀ ਵੀ ਸੈਲਰੀ ਉਹ ਲੈਂਦੇ ਨੇ, ਬਾਕੀ ਉਹਨਾਂ ਦੀ ਕੋਈ ਵੀ ਅਥਾਰਟੀ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਹੈਗਾ ਸੀ ਸਰ। ਉਹਨਾਂ ਨੇ ਸਰ ਕਰੋੜਾਂ ਰੁਪਈਆਂ ਦੇ ਖਰਚੇ ਪਾਏ ਆ ਸਰ ਕੰਪਨੀ ਨੂੰ ਸਰ। ਇੱਕ ਵੋਚਰ ਉਹਨਾਂ ਦਾ ਆਪ ਦਾ ਸਾਈਨਡ ਹੈ ਸਰ। ਕੰਪਨੀ ਦੇ ਐਵਰੀਡੇ ਬੇਸਿਸ ਦੇ ਐਕਸਪੈਂਸ ਜਿਹੜਾ ਕੀਤਾ ਜਾਂਦਾ ਹੈ, ਸਪੋਜ਼ ਕੰਪਨੀ ਨੇ ਕਿਸੇ ਨੂੰ 5,000 ਦੇਣਾ, ਕਿਸੇ ਨੂੰ 2,000 ਦੇਣਾ, ਕਿਸੇ ਨੇ 500 ਦੇਣਾ, ਇੱਥੇ ਤੱਕ ਕਿ ਇੱਕ ਮੁਲਾਜ਼ਮ ਦੀ ਤਨਖਾਹ ਦੇਣੀ ਹੈ ਤੇ ਵੋਚਰ ਇਹਨਾਂ ਦਾ ਸਾਈਨਡ ਹੈ ਸਰ। ਉਹਨਾਂ ਨੇ ਕਿ ਜਿਹੜੇ ਤੁਹਾਡੇ ਤੇ ਉਹਨਾਂ ਨੇ ਕੇਸ ਕੀਤਾ ਹੋਇਆ, ਜਿਹੜਾ ਸੌਰੀ FIR ਨਹੀਂ ਦਰਜ ਹੋ ਰਹੀ ਹੈ, ਜਿਹੜੀ ਇਨਕੁਆਇਰੀ ਦੀ DGP ਤੋਂ ਮੰਗ ਕੀਤੀ ਹੈ, ਸੋ ਉਹ ਜਿਹੜੀ ਉਹਨਾਂ ਨੇ DGP ਨੂੰ ਕਿਹਾ ਵਾ ਉੱਤੇ ਜਿਹੜੀ ਇਨਕੁਆਇਰੀ ਉਹ ਤੁਹਾਡੇ ਦਬਾਅ ਹੇਠ ਉਹ ਕਾਰਵਾਈ ਨਹੀਂ ਕਰਦੇ ਪਏ ਸਰ। ਪੁਲਿਸ ਮਹਿਕਮਾ, ਪੁਲਿਸ ਵਿਭਾਗ ਆਪਣਾ ਪੂਰਾ ਕੰਮ ਕਰਦੀ ਪਈ ਹੈ ਸਰ। ਇਸ ਤੋਂ ਇਲਾਵਾ ਸਰ ਇਹਨਾਂ ਨੇ ਸਿਮਿਲਰ ਕੰਪਲੇਂਟ ਸਰ ਹਾਈ ਕੋਰਟ ਦੇ ਅੰਦਰ ਵੀ ਆਪਣਾ ਫਾਈਲ ਕੀਤੀ ਸੀ ਸਰ। ਹਾਈ ਕੋਰਟ ਵੱਲੋਂ ਵੀ ਇਹਨਾਂ ਨੂੰ ਕੋਈ ਰਿਲੀਫ ਨਹੀਂ ਫਾਈਲ ਆਪਣਾ ਮਿਲਿਆ। ਸੇਮ ਕੰਪਲੇਂਟ ਆਪਣਾ ਬਟਾਲੇ ਫਾਈਲ, ਉੱਥੋਂ ਵੀ ਸਿਵਲ ਨੇਚਰ ਕਰਾਰ ਕਰਕੇ ਕੰਪਲੇਂਟ ਫਾਈਲ ਕਰ ਦਿੱਤੀ ਗਈ ਸਰ। ਹੁਣ ਸਾਰੇ ਹੀ ਸਰ ਗਲਤ ਨੇ ਤੇ ਸਰ ਫਿਰ ਠੀਕ ਕੌਣ ਹੈ ਸਰ? ਜਦੋਂ ਮੈਂ ਆਪਣੀ ਵਾਈਟ ਮਨੀ ਮੰਗਣ ਦੀ ਕੋਸ਼ਿਸ਼ ਕੀਤੀ ਇਹਦਾ ਪੈਸਾ, ਉਹਨਾਂ ਦਾ ਵੀ ਵਾਈਟ ਦਾ ਪੈਸਾ ਸਰ ਸੇਮ ਕੰਪਨੀ ਦੇ ਅੰਦਰ ਇਨਵੈਸਟਡ ਹੈ। ਜੇ ਅੱਜ ਤੁਸੀਂ ਤੇ ਮੈਂ ਪਾਰਟਨਰ ਹਾਂ ਸਰ, ਜੇ ਕੰਪਨੀ ਦੇ ਅੰਦਰ ਨੁਕਸਾਨ ਹੋ ਜੇ ਤੇ ਇੱਕ ਪਾਰਟਨਰ ਤੇ ਉਹਦਾ ਜ਼ਿੰਮੇਵਾਰ ਨਹੀਂ ਨਾ। ਕੰਪਨੀ ਦੇ ਅੰਦਰ ਕੰਮ ਸ਼ੁਰੂ ਕੀਤਾ, ਸਗੋਂ ਮੈਂ ਪਾਰਟਨਰ, ਮੈਂ ਭਾਈਵਾਲ ਉਹਨਾਂ ਦੇ ਸਿਗਨੇਚਰ ਥੱਲੇ ਬਣਿਆ ਸਰ। ਕੰਮ ਉਹਨਾਂ ਨੇ ਸ਼ੁਰੂ ਕੀਤਾ ਸੀ ਸਰ, ਮੈਂ ਬਾਅਦ ਚ ਆ ਕੇ ਇਹਦੇ ਅੰਦਰ ਪਾਰਟਨਰ ਬਣਿਆ ਸਰ। ਜਿਹੜਾ ਮੇਰਾ ਡਾਇਰੈਕਟਰਸ਼ਿਪ ਦਾ ਪੇਪਰ ਹੈ ਉਹਦੇ ਤੇ ਕਿ ਮੈਂ ਇਸ ਕੰਪਨੀ ਦਾ ਡਾਇਰੈਕਟਰ ਆ, ਉਹ ਸਰਦਾਰ ਬਲਜਿੰਦਰ ਸਿੰਘ ਨੇ ਸਾਈਨ ਕੀਤਾ ਸਰ। ਮੈਂ ਤਾਂ ਉਸ ਤੋਂ ਪਹਿਲਾਂ ਪਾਰਟਨਰ ਹੀ ਨਹੀਂ ਸੀ ਸਰ। ਉਹਨਾਂ ਦਾ ਕੋਈ 3 ਕਰੋੜ ਰੁਪਈਆ ਜਿਹੜਾ ਸੀਗਾ ਉਹਨੂੰ ਤੁਸੀਂ ਬੈਂਕ ਲੋਨ ਦੇ ਵਿੱਚ ਕਨਵਰਟ, ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਹੈ? ਸਰ ਜੋ ਵੀ ਸਰ ਹੈਗਾ ਸਰ, ਉਹਨਾਂ ਕੋਲ ਪ੍ਰੂਫ ਰੱਖਣ ਸਰ।
3 ਕਰੋੜ ਰੁਪਈਆ ਸਰ ਜੋ ਵੀ ਹੈ ਸਰ ਉਹਨਾਂ ਦਾ ਕੰਪਨੀ ਅੰਦਰ ਇਨਵੈਸਟਡ ਹੈ, ਮੇਰੇ ਵੀ ਕਈ ਕਰੋੜਾਂ ਰੁਪਏ ਇਨਵੈਸਟਡ ਹੈ ਟ੍ਰਾਂਸਫਰ ਹੈਗੇ ਉਹਨਾਂ ਦੀ ਕਹਿੰਦੇ 3 ਕਰੋੜ ਟੋਟਲ 6 ਕਰੋੜ ਉਹਨਾਂ ਨੇ ਕਿਹਾ ਸਰ ਜੋ ਵੀ ਹੈਗਾ ਸਰ ਫਿਰ ਸਟੇਟਮੈਂਟਸ ਰੱਖਣ ਸਰ। ਜੇ ਮੇਰੇ ਪਰਸਨਲ ਖਾਤਾ ਮੈਂ ਡੀਜੇਪੀ ਤੁਹਾਡਾ ਕੋਈ ਰਿਸ਼ਤੇਦਾਰ ਆ ਤੇ ਉਹਦੇ ਕਰਕੇ ਤੁਸੀਂ ਤੁਹਾਡਾ ਕੁਝ ਨਹੀਂ ਬਣੇਗਾ ਜੋ ਤੁਸੀਂ ਮਰਜ਼ੀ ਕਰ ਲਓ। ਸਰ ਆਪਣਾ ਸਰ ਇਹੋ ਜੀ ਸਰ ਕੋਈ ਗੱਲ ਨਹੀਂ ਹੈ ਸਰ। ਇੱਥੇ ਤੱਕ ਕਿ ਸਰ ਅਸੀਂ ਜੋ ਵੀ ਹੈ ਸਰ ਜਿੱਥੇ ਵੀ ਇਹਨਾਂ ਨੇ ਕੰਪਲੇਂਟ ਦਿੱਤੀਆਂ ਸਰ ਅਸੀਂ ਹਰ ਪਾਸੇ ਜਾ ਰਹੇ ਹਾਂ ਸਰ ਤਾਂ ਕਿ ਅਸੀਂ ਆਪਣਾ ਕੰਪਲੇਂਟ ਦੇ ਅੰਦਰ ਪ੍ਰੋਪਰਲੀ ਕੋਆਪਰੇਟ ਕਰੀਏ ਸਰ। ਤੇ ਜੇ ਕੋਈ ਬੇਸਿਸ ਹੋਏਗਾ ਸਰ ਤੇ ਫਰਦਰ ਇਨਵੈਸਟੀਗੇਸ਼ਨ ਬਣਦੀ ਹੈ ਸਰ। ਜਿਹੜਾ 6 ਕਰੋੜ ਰੁਪਏ ਦਾ ਦਾਅਵਾ ਕਰ ਰਹੇ ਹੋ ਤੁਹਾਡੀ ਕੰਪਨੀ ਦੇ ਵਿੱਚ ਉਹਨਾਂ ਦੀ ਕੈਸ਼ ਆਇਆ ਵਾ ਸਰ? ਸਰ ਮੇਰੀ ਕੰਪਨੀ ਦੇ ਅੰਦਰ ਸਰ ਜੋ ਵੀ ਇਨਵੈਸਟਡ ਹੈ ਉਹਨਾਂ ਦਾ ਸਰ ਬੈਲੈਂਸ ਸ਼ੀਟ ਦੇ ਅੰਦਰ ਉਹਨਾਂ ਦਾ ਵੀ ਸਟੈਂਡ ਹੈ ਤੇ ਮੇਰਾ ਵੀ ਸਟੈਂਡ ਹੈ ਸਰ। ਜੇ ਕੋਈ ਪਾਰਟਨਰਸ ਦੀ ਇਨਵੈਸਟਮੈਂਟ ਆਉਂਦੀ ਹੈ ਤੇ ਕੰਪਨੀ ਦੇ ਅੰਦਰ ਆਉਂਦੀ ਹੈ, ਕੰਪਨੀ ਦੇ ਅੰਦਰ ਡਾਇਰੈਕਟਰ ਉਹ ਵੀ ਹੈ ਤੇ ਕੰਪਨੀ ਦੇ ਅੰਦਰ ਡਾਇਰੈਕਟਰ ਮੈਂ ਵੀ ਹਾਂ। ਜਿੱਦਾਂ ਕਿ ਤੁਸੀਂ ਸਟਾਰਟਿੰਗ ਦੇ ਅੰਦਰ ਕਿਹਾ ਭਾਈਵਾਲ ਕਿੰਨੇ ਕਿਸ ਨੂੰ ਬਣਾਇਆ ਤੇ ਕਾਰੋਬਾਰ ਉਹਨਾਂ ਮੇਰੇ ਤੋਂ ਪਹਿਲਾਂ ਕਾਰੋਬਾਰ ਦੇ ਅੰਦਰ ਉਹ ਸੀਗੇ ਸਰ, ਉਹਨਾਂ ਦੇ ਸਿਗਨੇਚਰਾਂ ਦੇ ਨਾਲ ਮੈਂ ਕਾਰੋਬਾਰ ਦਾ ਹਿੱਸਾ ਬਣਿਆ। ਤੇ ਜੇ ਉਹ ਮੈਨੂੰ ਕਾਰੋਬਾਰ ਦਾ ਹਿੱਸਾ ਬਣਾ ਰਹੇ ਆ ਤੇ ਕਾਰੋਬਾਰ ਉਹ ਚਲਾ ਰਹੇ ਆ ਤੇ ਫਰਾਡ ਮੈਂ ਕਿੱਦਾਂ ਕਰ ਸਕਦਾ ਸਰ? ਜਾਂ ਮੇਰੀ ਕਿੱਦਾਂ ਪਲੈਨਿੰਗ ਹੋ ਸਕਦੀ ਹੈ ਕਿ ਮੈਂ ਫਿਊਚਰ ਅੰਦਰ ਫਰਾਡ ਕਰਨਾ? ਜਦੋਂ ਕਾਰੋਬਾਰ ਉਹਨਾਂ ਨੇ ਸ਼ੁਰੂ ਕੀਤਾ ਮੈਨੂੰ ਵਿੱਚ ਆ ਕੇ ਹਿੱਸੇਦਾਰ ਬਣਾਇਆ ਬਾਅਦ 'ਚ ਕਾਰੋਬਾਰ ਸ਼ੁਰੂ ਕਰਨ ਦੇ ਕਈ ਸਾਲਾਂ ਬਾਅਦ 'ਚ, ਤੇ ਫਿਰ ਮੇਰੀ ਕਿੱਦਾਂ ਕੋਈ ਪਲੈਨਿੰਗ ਹੋ ਸਕਦੀ ਹੈ ਸਰ? ਬੈਂਕਾਂ ਦੇ ਸਿਗਨੇਚਰ ਉਹ ਕਰ ਰਹੇ ਆ, ਜੋ ਵੀ ਸਰਕਾਰੀ ਖਰਚੇ ਆ ਉਹ ਤਾਰ ਰਹੇ ਆ, ਦੂਜੇ ਖਰਚੇ ਹੋਟਲ ਦੇ ਰਿਲੇਟਡ ਉਹ ਕਰ ਰਹੇ ਆ, ਪੇਮੈਂਟ ਦਾ ਇੱਕ ਇੱਕ ਵੋਚਰ ਉਹ ਸਾਈਨ ਕਰ ਰਹੇ ਆ, ਤੇ ਮੈਂ ਸਰ ਫਿਰ ਫਰਾਡ ਕਿੱਦਾਂ ਕਰ ਸਕਦਾ ਸਰ? ਸਰ ਗੱਲ ਕਲੀਅਰ ਹੈ ਉਹਨਾਂ ਸਰ? ਨੇ ਲਾਏ ਉਹਨਾਂ ਦਾ ਕਹਿਣਾ ਵਾ ਵੀ ਤੁਸੀਂ ਸਾਨੂੰ ਪ੍ਰੇਰਿਤ ਕੀਤਾ ਵਾ ਵੀ ਸਾਡੀ ਕੰਪਨੀ 'ਚ ਪੈਸੇ ਲਾਓ। ਸਰ ਮੈਂ ਸਰ ਇੱਕ ਸਿੰਪਲ ਜਿਹਾ ਡਾਕੂਮੈਂਟ ਰੱਖਾਂਗਾ ਜਿਹਦੇ ਅੰਦਰ ਕਲੀਅਰਲੀ ਪ੍ਰੂਵ ਹੁੰਦਾ ਕਿ ਉਹਨਾਂ ਨੇ ਮੈਨੂੰ ਡਾਇਰੈਕਟਰ ਬਣਾਇਆ ਸਰ। ਹਾਂ ਉਸ ਤੋਂ ਪਹਿਲਾਂ ਮੈਂ ਕੰਪਨੀ ਦਾ ਹਿੱਸੇਦਾਰ ਹੀ ਨਹੀਂ ਸੀ ਸਰ। ਪਰ ਉਹ ਕਹਿੰਦੇ ਆ ਵੀ ਜਦੋਂ ਅਸੀਂ ਪੈਸੇ ਤੁਹਾਨੂੰ ਦੇ ਦਿੱਤੇ ਸਰ ਮੇਰੀ ਇੱਕ ਤੁਸੀਂ ਗੱਲ ਨਹੀਂ ਸਮਝੇ ਸਰ। ਤੁਸੀਂ ਪਹਿਲਾਂ ਤੋਂ ਡਾਇਰੈਕਟਰ ਹੋਵੋਗੇ ਤੇ ਮੈਨੂੰ ਡਾਇਰੈਕਟਰ ਬਣਾਓਗੇ ਨਾ ਸਰ। ਜੇ ਕੰਮ ਤੁਹਾਡਾ ਹੈ ਤੇ ਤੁਸੀਂ ਮੈਨੂੰ ਕੰਮ ਦੇ ਅੰਦਰ ਪਾਓਗੇ ਨਾ ਸਰ। ਅੰਦਰ ਜੀ ਕਹਾਣੀ ਉੱਥੇ ਖਤਮ ਹੁੰਦੀ ਹੈ ਸਰ। ਗੱਲ ਤਾਂ ਠੀਕ ਹੈ ਜੀ, ਚਲੋ ਅਸੀਂ ਮੰਨਦੇ ਹਾਂ। ਹਾਂਜੀ ਪਰ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਵੱਖ-ਵੱਖ ਪਰ ਤੁਸੀਂ ਸਾਡੇ ਕੋਲ ਪੈਸੇ ਲਏ ਆ ਪਰ ਸਾਨੂੰ ਅਜੇ ਤੱਕ 1 ਰੁਪਈਆ ਨਹੀਂ ਉਹਨਾਂ ਵਿੱਚ ਦਿੱਤਾ, ਕੋਈ ਪ੍ਰੋਫਿਟ ਦਿੱਤਾ, ਕੁਝ ਵੀ ਨਹੀਂ ਹੋ ਰਿਹਾ ਸਰ। ਜੋ ਵੀ ਹੈ ਸਰ ਬੈਂਕ ਸਟੇਟਮੈਂਟਾਂ ਨੇ ਤੇ ਇਹਨਾਂ ਦੇ ਆਪ ਦੇ ਸਾਈਨ ਵਾਊਚਰ ਨੇ ਇੱਕ ਇੱਕ ਚੀਜ਼ ਦੇ ਸਰ। ਹਰ ਕੋਈ ਖਰਚਾ ਇਹਨਾਂ ਦਾ ਪਰਸਨਲ ਘਰ ਦੇ ਖਰਚੇ ਤੋਂ ਲੈ ਕੇ ਠੀਕ ਹੈ ਇੱਕ ਇੱਕ ਖਰਚਾ ਉਹ ਇੱਥੋਂ ਵਿਡਰਾਅ ਕਰਦੇ ਰਹੇ ਆ ਸਰ। ਕੰਪਨੀ ਦਾ ਇੱਕ ਇੱਕ ਐਸੈਟ ਉਹਨਾਂ ਨੇ 11 ਸਾਲ ਇੰਜੋਏ ਕੀਤਾ ਤੇ ਜੇ 11 ਸਾਲਾਂ ਬਾਅਦ ਉਹ ਕਹਿੰਦੇ ਕਿ ਫਰਾਡ ਹੈ ਤੇ ਕੀ ਉਹਨਾਂ ਨੇ 11 ਸਾਲ ਫਰਾਡ ਦੀ ਕਮਾਈ ਖਾਧੀ ਹੈ ਸਰ? ਅੰਦਰ ਜੀ ਛੋਟਾ ਜਿਹਾ ਸਵਾਲ 6 ਕਰੋੜ ਦਾ ਦਾਅਵਾ ਕਰਦੇ ਕਿ ਉਹਨਾਂ ਦਾ ਲੱਗਾ ਇਹਨਾਂ ਪੈਸਾ? ਸਰ ਜੋ ਵੀ ਲੱਗਾ ਸਰ ਉਹਨਾਂ ਦਾ ਸਰ ਕੰਪਨੀ ਦੀ ਬੈਲੈਂਸ ਸ਼ੀਟਸ ਦੇ ਅੰਦਰ ਜੋ ਵੀ ਉਹਨਾਂ ਦਾ ਪੈਸਾ ਲੱਗਾ ਸਰ ਕੰਪਨੀ ਦੀ ਬੈਲੈਂਸ ਸ਼ੀਟਸ ਦੇ ਅੰਦਰ ਨੋਟਡ ਹੈ। ਮੈਂ ਜਿੱਦਾਂ ਕਿ ਤੁਹਾਨੂੰ ਕਿਹਾ ਕਿ ਅਸੀਂ ਸੈਕੰਡ ਰਾਊਂਡ ਆਫ ਕਾਨਫਰੰਸ ਕਰਾਂਗੇ, ਪ੍ਰੈਸ ਕਾਨਫਰੰਸ। ਹਜੇ ਇਹ ਮੈਟਰ ਸਬਜੂਡਾਈਜ਼ਡ ਹੈ ਸਰ, ਕੋਰਟ ਦੇ ਅੰਦਰ ਚੱਲਦਾ ਪਿਆ ਸਰ ਆਪਣਾ ਸਰ। ਉਸ ਤੋਂ ਇਲਾਵਾ NRA ਕਮਿਸ਼ਨ ਇਹਦੇ ਅੰਦਰ ਆਪਣਾ ਇਨਵੈਸਟੀਗੇਸ਼ਨ ਕਰਦੀ ਪਈ ਆ। ਵਾਂਸ ਥਿੰਗਸ ਗੋ ਥਰੂ ਸਰ ਅਸੀਂ ਜਿੰਨੇ ਵੀ ਐਵੀਡੈਂਸਿਸ ਹੈਗੇ ਆ ਸਾਰੇ ਮੀਡੀਆ ਦੇ ਸਾਹਮਣੇ ਵੀ ਰੱਖਾਂਗੇ। ਇਹਦੇ ਓਨਰ ਕੌਣ ਆ ਹੋਟਲ ਦੇ? ਅਸਲ ਓਨਰ ਕੌਣ ਹੈ? ਸਰ ਹੋਟਲ ਲੀਜ਼ ਤੇ ਹੈ ਸਰ। ਹਾਂਜੀ ਮੈਂ ਕਿਹਾ ਲੀਜ਼ ਕਿਹਨਾਂ ਕੋਲ ਕੀਤੀ ਹੋਈ ਹੈ? ਕਿੰਨੇ ਪਾਰਟਨਰਸ਼ਿਪ ਬਾਰਡਰਲੈਂਡ ਹੋਟਲਸ ਪ੍ਰਾਈਵੇਟ ਲਿਮਿਟਡ ਕਰਕੇ ਕੰਪਨੀ ਹੈ ਸਰ, ਉਹਨਾਂ ਤੋਂ ਲੀਜ਼ ਕੀਤੀ ਹੋਈ ਹੈ ਸਰ। ਇਹਦੇ ਪਾਰਟਨਰ ਕਿੰਨੇ ਆ? ਲੀਜ਼ ਦੇ ਵਿੱਚ ਜਿਹੜੀ ਹੋਟਲ ਦੀ ਲੀਜ਼ ਦੇ ਵਿੱਚ ਕੋਈ ਪਾਰਟਨਰ ਵੀ ਆ ਜਾਂ ਸਿੰਗਲ ਪਰਸਨ ਸੀ? ਸਰ ਕੰਪਨੀ ਦੇ ਨਾਂ ਤੇ ਹੈ ਸਰ ਜਿੱਦਾਂ ਤੁਹਾਨੂੰ ਦੱਸਿਆ ਸਰ। ਕਿੰਨੇ ਪਾਰਟਨਰ? ਸਰ ਮੇਰੇ ਇਹਨਾਂ ਡਿਟੇਲ 'ਚ ਹਜੇ ਧਿਆਨ 'ਚ ਨਹੀਂ। ਸੈਕੰਡ ਰਾਊਂਡ ਆਫ ਪ੍ਰੈਸ ਕਾਨਫਰੰਸ ਅੰਦਰ ਤੁਹਾਡੇ ਬਾਕੀ ਆਨਸਰਸ ਵੀ ਆਨਸਰ ਕਰ ਦਿੱਤੇ ਜਾਣਗੇ ਸਰ। ਆਰਕੇ ਤਾਂਤਰਿਕ ਅਘੋਰੀ ਤਾਂਤਰਿਕ ਇਨ ਕਾਮਖਿਆ। ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਂਦੇ ਹਾਂ। ਕਿਸੇ ਵੀ ਤਰ੍ਹਾਂ ਦਾ ਕਾਲਾ ਜਾਦੂ ਕਰੋ ਜਾਂ ਤੁੜਵਾਓ ਕੇਵਲ 8 ਘੰਟਿਆਂ ਵਿੱਚ। ਸਿਰਫ 5 ਘੰਟਿਆਂ ਵਿੱਚ ਅੱਜ ਹੀ ਵਸ਼ੀਕਰਨ ਕਰਵਾਓ ਜਾਂ ਫਿਰ ਤੁੜਵਾਓ। ਕਾਰੋਬਾਰ, ਨੌਕਰੀ, ਪ੍ਰੇਮ ਵਿਵਾਹ, ਝਗੜੇ, ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਘਰੇਲੂ ਕਲੇਸ਼, ਪੜ੍ਹਾਈ ਵਿੱਚ ਰੁਕਾਵਟ। ਸਿਰਫ 11 ਘੰਟੇ ਵਿੱਚ ਪਾਓ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਹੱਲ। ਜੇਕਰ ਅੱਜ ਹੀ ਕਹਿ ਦਿੱਤਾ ਕਿ ਲੋਟਰੀ ਨਿਕਲੇਗੀ ਤਾਂ 100% ਲੋਟਰੀ ਕੱਢ ਕੇ ਦਿਖਾਉਂਦੇ ਆ। ਕਾਲ ਜਾਂ WhatsApp ਕਰੋ 9460170252 ਉੱਤੇ। ਸਾਡਾ ਪਤਾ ਹੈ ਕਾਮਖਿਆ ਪੀਠ, ਗੁਹਾਟੀ, ਅਸਮ। ਪਿਨ ਕੋਡ ਹੈ 78101।